when I told them that, okay, can you give back the change after I You pay? speak in Hindi, I think. Yeah, I told him, okay. I told him, Paji. He said, yes. And the conductor was really surprised when I told him Paji. I said, okay, mera change. He said, huh? Hindi आंधी है? He said, नहीं, मैं हिंदी नहीं आंधी है, but Punjabi आंधी है. I said, change दे दो. And then he looked at me quite surprised. ਬਹੁਤ ਵਾਰ ਹੋਇਆ, ਬਟ ਮੈਂ ਜਸਟ ਫਿਰ ਇਹ ਸੋਚ ਕੇ ਜਸਟ ਹੱਸ ਦਿੰਦੀ ਹਾਂ ਕਿ ਜਿਨ੍ਹਾਂ ਦੀਆਂ ਖੁਦ ਦੀਆਂ ਧੀਆਂ ਥੋੜ੍ਹਾ ਜਿਹਾ ਵਿਚਾਰੀਆਂ ਦਾ ਡਾਰਕ ਕੰਪਲੈਕਸ਼ਨ ਆ, ਉਹਨਾਂ ਦਾ ਵਿਚਾਰੀਆਂ ਦਾ ਇੰਡੀਆ 'ਚ ਰਿਸ਼ਤਾ ਹੋਣਾ ਬਹੁਤ ਔਖਾ ਆ ਕਿ ਵੈਦਰ ਉਹਨੇ PhD ਵੀ ਬੇਸ਼ੱਕ ਕੀਤੀ ਹੋਵੇ। ਅਤੇ ਫਿਰ ਮੈਂ ਜਸਟ ਕਹਿੰਦੀ ਹਾਂ, ਅਗਰ ਉਹ ਖੁਦ ਆਪਣੀਆਂ ਧੀਆਂ ਨੂੰ ਨਹੀਂ ਬਖਸ਼ਦੇ ਅਤੇ ਮੈਨੂੰ ਵਿਚਾਰਿਆਂ ਨੇ ਕੀ ਬਖਸ਼ਣਾ ਹੈ। ਮੈਂ ਵਿਚਾਰੇ ਹੀ ਕਹਿੰਦੀ ਉਹਨਾਂ ਨੂੰ। ਮੈਂ 40 ਤੋਂ 45 ਕੰਟਰੀਆਂ ਦੁਨੀਆ ਦੀ ਘੁੰਮ ਚੁੱਕੀ ਹਾਂ। ਇਹਨਾਂ ਨੇ ਬਹੁਤ ਕੰਟਰੀਜ਼ ਘੁਮਾਇਆ। ਅਸੀਂ ਬਹੁਤ ਟਵਾਈਸ ਅ ਈਅਰ ਟਰੈਵਲ ਵੀ ਕਰਦੇ ਹਾਂ। ਅਗਰ PR ਦੇ ਚੱਕਰ ਹੁੰਦਾ ਤਾਂ ਉਹਨਾਂ ਲੋਕਾਂ ਦੇ, ਉਹਨਾਂ ਛੋਟੇ ਸੋਚ ਵਾਲਿਆਂ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ, ਜੇ PR ਲੈਣੀ ਹੁੰਦੀ, ਅਸੀਂ ਇੰਡੀਆ ਆਪਣੇ ਬੱਚੇ ਨੂੰ ਲੈ ਕੇ ਆਏ ਹਾਂ ਇਸ ਵੇਲੇ। ਦੇਖੋ, ਇਹਨੂੰ ਕੁਛ ਮਹੀਨੇ ਹੋ ਗਏ ਸਾਨੂੰ ਇੰਡੀਆ ਆਇਆ ਨੂੰ। ਅਸੀਂ ਇੰਡੀਆ ਰੱਖਿਆ ਆ, ਪਿੰਡ ਲੈ ਕੇ ਜਾਂਦੇ ਹਾਂ ਅਸੀਂ ਇਹਨੂੰ ਪੂਰਾ ਆਪਣਾ। ਤੁਸੀਂ ਪਿੰਡ 'ਚ ਜਾ ਕੇ ਕਿਸੇ ਵੀ ਬੱਚੇ ਨੂੰ ਪੁੱਛੋ, ਕਿਸੇ ਨੂੰ ਗੁਰੂ ਦੇ ਨਾਂ ਨਹੀਂ ਪਤਾ ਹੈਗੇ, ਕਿਸੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਤੁਸੀਂ ਮੇਰੇ ਬੱਚੇ ਨੂੰ ਪੁੱਛੋ, ਸਾਰਾ ਕੁਝ ਆਉਂਦਾ ਆ। 4 ਸਾਹਿਬਜ਼ਾਦਿਆਂ ਦੇ ਨਾਮ ਸਭ ਕੁਝ ਆਉਂਦਾ ਹੈ ਇਹਨੂੰ। ਅਸੀਂ ਸਭ ਕੁਝ ਸਿਖਾਇਆ ਹੈ ਇਹਨੂੰ, ਹੈ ਨਾ। ਜਦੋਂ ਅਸੀਂ ਬਾਹਰ ਜਾਈਏ ਤੇ ਲੋਕ ਸਾਨੂੰ ਦੇਖ ਕੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇੱਕ ਫੈਮਿਲੀ ਆ। ਕਿਉਂਕਿ ਨਾਰਮਲੀ ਜਦੋਂ ਆਪਾਂ ਦੇਖਦੇ ਹਾਂ, ਮਾਰਕੀਟ ਜਾਂਦੇ ਹਾਂ, ਇਨ ਕੇਸ ਮੈਂ ਮੰਨ ਲਓ ਸਾਹਿਬ ਜੀ ਦੇ ਨਾਲ ਮਾਰਕੀਟ ਗਈ ਹਾਂ, ਤਾਂ ਲੋਕ ਫਿਰ ਦੇਖਦੇ ਇੱਕ ਵਾਰ ਮੇਰੇ ਵੱਲ, ਇੱਕ ਵਾਰ ਇੰਨੀ ਵਾਰ, ਕਈ ਵਾਰ ਲੋਕ ਫੋਟੋਆਂ ਵੀ ਖਿੱਚਣ ਲੱਗ ਜਾਂਦੇ ਆ। ਕਿਉਂਕਿ ਇੰਡੀਆ ਦੇ ਵਿੱਚ ਕਾਲੇ ਰੰਗ ਨੂੰ ਕੋਈ ਚੰਗਾ ਨਹੀਂ ਮੰਨਿਆ ਜਾਂਦਾ। ਸਾਡੇ ਆਪਣੇ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਕੋਈ ਜਾਣ ਪਛਾਣ ਦੇ ਵਿੱਚ ਇਹ ਨਹੀਂ ਦੇਖਦੇ ਕੁੜੀ ਨੇ PhD ਕੀਤੀ ਆ ਜਾਂ ਨਰਸਿੰਗ ਕੀਤੀ ਆ, MEd ਕੀਤੀ ਆ, B.Ed ਕੀਤੀ ਆ। ਉਹ ਕੁੜੀ ਵਿਚਾਰੀ ਦਾ ਇਸ ਗੱਲੋਂ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਉਹ ਕਹਿ ਦਿੰਦੇ ਕੁੜੀ ਦਾ ਰੰਗ ਸਾਂਵਲਾ ਆ ਜਾਂ ਸਾਡੇ ਮੁੰਡੇ ਨਾਲ ਖੜੀ ਜੱਚਦੀ ਨਹੀਂ ਹੈਗੀ। ਉਹ ਇਹ ਨਹੀਂ ਦੇਖਦੇ ਉਹਦੀ ਕੀ ਕੁਆਲੀਫਿਕੇਸ਼ਨ ਆ। ਅਤੇ ਬਹੁਤ ਸਾਰੀਆਂ ਗੱਲਾਂ ਨੇ। ਬਾਕੀ ਦੇਖੋ, ਹਰ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਆ, ਹਰ ਬੰਦੇ ਦੀਆਂ ਆਪਣੀਆਂ ਲਾਈਕਸ ਆ, ਡਿਸਲਾਈਕਸ ਆ, ਹੈ ਨਾ। ਜੀ ਕੋਈ ਪ੍ਰੋਬਲਮ ਨਹੀਂ ਹੋਈ ਹੈਗੀ। ਮੇਰੇ ਨਾਨਾ ਜੀ USA ਰਹਿੰਦੇ ਨੇ ਅਤੇ ਉਹਨਾਂ ਨੇ ਮੇਰੇ ਵਾਸਤੇ USA ਇੱਕ ਲੜਕਾ ਦੇਖਿਆ ਸੀਗਾ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀ ਪਸੰਦ ਨੇ, ਅਤੇ ਅਗਰ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਇੱਕ ਵਾਰੀ ਮਿਲ ਲਓ, ਅਤੇ ਅਗਰ ਤੁਹਾਨੂੰ ਅੱਛਾ ਲੱਗਿਆ ਤਾਂ ਆਪਾਂ ਮੇਰੀ ਹਾਂ, ਅਗਰ ਤੁਹਾਡੀ ਨਾ ਹੈ ਤਾਂ ਮੇਰੀ ਵੀ ਨਾ ਹੀ ਹੋਏਗੀ। ਤਾਂ ਫਿਰ ਉਹ ਇੰਡੀਆ ਆਏ ਅਤੇ ਉਹਨਾਂ ਨੇ ਆ ਕੇ ਵੈਮਸਲੇ ਨੂੰ ਮਿਲੇ। ਤਾਂ ਸਾਡਾ ਉਹ ਵੀਕ ਦੇ ਵਿੱਚ ਹੀ ਵਿਆਹ ਕਰ ਗਏ ਸੀ। ਉਹ ਕਹਿੰਦੇ ਬਹੁਤ ਜੈਂਟਲਮੈਨ ਬੰਦਾ ਹੈ। ਬਿਲਕੁਲ ਆਪਾਂ ਗੁਰਦੁਆਰਾ ਸਾਹਿਬ ਪ੍ਰੋਪਰ ਫੇਰੇ ਲੈ ਕੇ ਵਿਆਹ ਕਰਾਇਆ ਕਿਉਂਕਿ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਅਤੇ ਇਹਨਾਂ ਨੇ ਆਪਣੇ ਮੰਮਾ ਪਾਪਾ ਨੂੰ ਪੁੱਛਿਆ, ਉਹ ਕਹਿੰਦੇ ਕੋਈ ਇਸ਼ੂ ਨਹੀਂ ਹੈਗਾ, ਅਗਰ ਤੂੰ ਸਿੱਖ ਰਿਲੀਜਨ ਦੇ ਅਕੋਰਡਿੰਗ ਵਿਆਹ ਕਰਾਉਣਾ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਆਮ ਤੌਰ 'ਤੇ ਤੁਸੀਂ ਵੇਖਦੇ ਹੋ ਕਿ ਵਿਦੇਸ਼ ਦੇ ਵਿੱਚੋਂ ਗੋਰੀ ਆਉਂਦੀ ਆ ਅਤੇ ਇੱਥੇ ਆ ਕੇ ਕਿਸੇ ਦੇਸੀ ਮੁੰਡੇ ਨਾਲ, ਪੰਜਾਬੀ ਮੁੰਡੇ ਦੇ ਨਾਲ, ਚਾਹੇ ਕਲਰ ਬਲੈਕ ਆ, ਚਾਹੇ ਸਾਂਵਲਾ, ਚਾਹੇ ਵਾਈਟ ਆ, ਤਾਂ ਉਹ ਜਿਹੜਾ ਵਿਆਹ ਕਰਵਾ ਲੈਂਦੇ ਨੇ। ਲੇਕਿਨ ਦੂਸਰੇ ਪਾਸੇ ਸਾਡੀ ਪੰਜਾਬ ਦੀ ਇੱਕ ਧੀ ਨੇ, ਲੜਕੀ ਨੇ, ਇੱਕ ਜਿਹੜਾ ਬਲੈਕ ਵਿਅਕਤੀ ਦੇ ਨਾਲ ਵਿਆਹ ਕਰਾਇਆ। ਅਤੇ ਹੌਲੀ ਹੌਲੀ ਤੁਹਾਨੂੰ ਦੱਸਾਂਗੇ ਕਿ ਉਹ ਤੁਸੀਂ ਗੱਲਾਂ ਜਦੋਂ ਸੁਣੋਗੇ ਕਿ ਉਹ ਕਿੰਨੇ ਨਰਮ ਦਿਲ ਨੇ, ਕਿੰਨੇ ਪੜ੍ਹੇ ਲਿਖੇ ਨੇ, ਕਿੰਨੇ ਐਜੂਕੇਟ ਹੈਗੇ ਨੇ, ਪੂਰੀ ਫੈਮਿਲੀ। ਸਭ ਤੋਂ ਪਹਿਲਾਂ ਅਸੀਂ ਉਸ ਲੜਕੀ ਨਾਲ ਗੱਲ ਕਰਦੇ ਹਾਂ, ਉਹ ਤੁਹਾਨੂੰ ਸਾਰਿਆਂ ਦੇ ਨਾਂ ਦੱਸੂਗੀ। ਤੁਹਾਡਾ ਪੂਰਾ ਨਾਂ ਕੀ ਹੈ ਜੀ? ਫੈਮਿਲੀ ਦਾ ਪੂਰਾ ਨਾਂ ਕੀ ਹੈ? ਮੇਰਾ ਭਾਜੀ ਨਾਮ ਸੁਖਵਿੰਦਰ ਕੌਰ ਆ। ਹਾਂਜੀ। ਅਤੇ ਮੇਰਾ ਨਾਮ ਕੈਥਲੀਨ ਹੈ। ਕੈਥਲੀਨ, ਪੂਰਾ ਨਾਂ ਦੱਸੋ ਬੇਟਾ। ਕੈਥਲੀਨ ਕੌਰ ਵੈਮਸਲੀ ਹੈ। ਵੈਮਸਲੀ, ਕੈਥਲੀਨ ਕੌਰ ਵੈਮਸਲੀ। ਸਰ, ਵਾਟ ਯੂ ਨੇਮ ਪਲੀਜ਼? ਮੇਰਾ ਨਾਮ Wemsley Wanyama Okuku। ਹਾਂ, ਤੁਸੀਂ ਸੁਣਿਆ ਨਾ, ਸਾਨੂੰ ਲੈਣ ਦੇ ਵਿੱਚ ਥੋੜ੍ਹੀ ਪ੍ਰੋਬਲਮ ਹੋਊਗੀ, ਦੁਬਾਰੇ ਤੁਸੀਂ ਫਿਰ ਸੁਣ ਸਕਦੇ ਹੋ ਇਸ ਨਾਂ ਨੂੰ। ਹਾਲਾਂਕਿ ਮੈਂ ਅੰਗਰੇਜ਼ੀ ਦੇ ਵਿੱਚ ਪੁੱਛਿਆ ਅਤੇ ਇਹਨਾਂ ਨੇ ਪੰਜਾਬੀ ਦੇ ਵਿੱਚ ਦੱਸਿਆ। ਹੋਰ ਵੀ ਗੱਲਾਂ ਕਰਦੇ ਹਾਂ।
ਸਭ ਤੋਂ ਪਹਿਲੀ ਗੱਲ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਜਦੋਂ ਕੋਈ ਵਿਦੇਸ਼ ਤੋਂ ਲੜਕੀ ਆਉਂਦੀ ਆ ਜੇ ਇੱਥੇ ਆ ਕੇ ਗੋਰੀ ਲੜਕੀ ਵਿਆਹ ਕਰਾਉਂਦੀ ਆ ਤਾਂ ਲੋਕ ਵਾਹਵਾ ਕਰਦੇ ਆ। ਸੋ ਹੁਣ ਤੁਹਾਡਾ ਇੱਕ ਇਹਨਾਂ ਦੇ ਨਾਲ ਵਿਆਹ ਹੋਇਆ, ਕਲਰ ਨੂੰ ਲੈ ਕੇ ਗੱਲ ਜ਼ਰੂਰ ਹੁੰਦੀ ਆ ਤੇ ਤੁਹਾਡੀ ਵੀ ਫਿਰ ਵਾਹਵਾ ਕੀਤੀ ਲੋਕਾਂ ਨੇ ਵੀ ਬਹੁਤ ਵਧੀਆ ਗੱਲ ਕੀਤਾ ਪੰਜਾਬੀ ਕੁੜੀ ਨੇ, ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਕਾਈਂਡ ਹਾਰਟਡ ਨੇ। ਸੋ ਪਹਿਲਾਂ ਤਾਂ ਥੋੜ੍ਹਾ ਇਹਨਾਂ ਬਾਰੇ ਦੱਸ ਦਿਓ ਜੀ, ਤੁਸੀਂ ਮਿਲੇ ਕਿੱਥੇ ਹੋ ਤੇ ਕਦੋਂ ਵਿਆਹ ਹੋਇਆ ਤੇ ਕਿੱਥੇ ਵਿਆਹ ਹੋਇਆ ਜੀ? ਭਾਜੀ ਸਾਡੇ ਵਿਆਹ ਨੂੰ 11 ਤੋਂ 12 ਸਾਲ ਹੋ ਗਏ ਆ ਹਾਂਜੀ। ਤੇ ਐਕਚੁਅਲੀ ਇਹਨਾਂ ਦੀ ਫਲਾਈਟ ਸੀ ਕੈਨੇਡਾ ਦੀ ਤੇ ਮੈਂ ਵੀ ਟਰੈਵਲ ਕਰ ਰਹੀ ਸੀ ਤੇ ਅਸੀਂ ਪਲੇਨ ਦੇ ਵਿੱਚ ਜਿਹਨਾਂ ਜੈਂਟਲਮੈਨ ਦੇ ਨਾਲ ਮੇਰੀ ਸੀਟ ਸੀ ਤੇ ਕੋਈ ਇਸ਼ੂ ਹੋ ਗਿਆ ਤੇ ਮੈਂ ਕੰਪਲੇਨ ਕੀਤੀ 에ਅਰ ਹੋਸਟੈਸ ਨੂੰ। ਮੈਂ ਕਿਹਾ ਪਲੀਜ਼ ਤੁਸੀਂ ਮੇਰੀ ਸੀਟ ਚੇਂਜ ਕਰ ਦਿਓ ਤੇ ਉਹਨਾਂ ਨੇ ਮੇਰੀ ਸੀਟ ਚੇਂਜ ਕਰਕੇ ਇਹਨਾਂ ਨਾਲ ਬਿਠਾਤਾ ਤੇ ਮੁੜ ਕੇ ਇਹਨਾਂ ਨੇ ਮੇਰੇ ਨਾਲ ਪੰਜਾਬੀ 'ਚ ਮਤਲਬ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ। ਕਹਿੰਦੀ ਕੋਈ ਇਸ਼ੂ ਨਹੀਂ ਹੈਗਾ ਵੀ ਤੁਸੀਂ ਆਰਾਮ ਨਾਲ ਕੰਫਰਟੇਬਲੀ ਬੁੱਕ ਪੜ੍ਹ ਰਹੇ ਸੀਗੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਜੇ ਤੁਹਾਨੂੰ ਨਹੀਂ ਕੰਫਰਟੇਬਲ ਹੈਗਾ ਤੁਸੀਂ ਆਹ ਲਓ ਬੁੱਕ ਪੜ੍ਹ ਲਓ। ਜਸਟ ਵੈਸੇ ਨਾਰਮਲ ਗੱਲਬਾਤ ਹੋਈ ਸਾਡੀ ਤੇ ਮੁੜ ਕੇ ਆਪਣੀ ਜਰਨੀ ਚਲੇ ਗਏ, ਮੈਂ ਆਪਣੀ ਜਰਨੀ ਚਲੇ ਗਈ ਤੇ ਮੁੜ ਕੇ ਵਿਆਹ ਸਾਡੇ ਨੂੰ 11-12 ਸਾਲ ਹੋ ਗਏ ਆ ਤੇ ਬਹੁਤ ਪੜ੍ਹੇ ਲਿਖੇ ਬਹੁਤ ਅੱਛੇ ਇਨਸਾਨ ਨੇ। ਹਾਂ, ਇਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਪ੍ਰਿੰਸੀਪਲ ਨੇ, ਬਹੁਤ ਸਾਰੇ ਸਕੂਲਾਂ ਦੇ ਵਿੱਚ ਪੜ੍ਹਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਵਿਦੇਸ਼ਾਂ ਦੀ ਗੱਲ ਕਰੀਏ, ਇੰਗਲੈਂਡ ਦੀ ਗੱਲ ਕਰੀਏ, ਅਮਰੀਕਾ ਕੈਨੇਡਾ ਦੀ ਗੱਲ ਕਰੀਏ ਜਾਂ ਅਫਰੀਕਾਈ ਦੇਸ਼ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੀ ਗੱਲ ਕਰੀਏ, ਬਹੁਤ ਜਗ੍ਹਾ ਪੜ੍ਹਾ ਚੁੱਕੇ ਨੇ। ਤੁਸੀਂ ਅੰਗਰੇਜ਼ੀ ਤਾਂ ਛੱਡ ਦਿਓ ਗੱਲ, ਦੂਸਰੀ ਗੱਲ ਪੰਜਾਬੀ ਤੁਹਾਡੇ ਨਾਲ ਵਧੀਆ ਬੋਲਦੇ ਨੇ, ਹਰ ਗੱਲ ਸਮਝਦੇ ਨੇ, ਭਾਵੇਂ ਕਿ ਦੇਖਣ ਨੂੰ ਤੁਹਾਨੂੰ ਨਹੀਂ ਲੱਗੂਗਾ, ਤੁਸੀਂ ਵੇਖ ਸਕਦੇ ਹੋ ਨਹੀਂ ਲੱਗੂਗਾ। ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਆ ਤਾਂ ਬੜੀ ਹੀ ਖੁਸ਼ੀ ਹੋਈ ਮਨ ਨੂੰ। ਆਪਾਂ ਪੰਜਾਬੀ ਦੇ ਵਿੱਚ ਥੋੜ੍ਹੀ ਜਿਹੀ ਗੱਲ ਕਰ ਸਕਦੇ ਹਾਂ? ਹਾਂਜੀ 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 ਹਾਂਜੀ, ਜ਼ਿਆਦਾ ਨਹੀਂ, ਥੋੜ੍ਹਾ ਜਾਂਦੀ ਹੈ। ਠੀਕ ਹੈ ਜੀ। ਤੇ ਤੁਸੀਂ ਮਤਲਬ ਇੱਕ ਲੋਕਾਂ ਦੇ ਵਿੱਚ ਪ੍ਰਸਕ੍ਰਿਪਸ਼ਨ ਬਣੀ ਹੋਈ ਆ ਕਿ ਜੋ ਉਹ ਦੇਸ਼ਾਂ 'ਚ ਮਤਲਬ ਜਿਹੜੇ ਲੋਕ ਉਹ ਦੇਸ਼ਾਂ ਤੋਂ ਆਉਂਦੇ ਆ, ਅਫਰੀਕਾ ਦੇਸ਼ਾਂ ਤੋਂ ਆਉਂਦੇ ਆ, ਉਹ ਲੋਕ ਡਰੱਗੀ ਹੁੰਦੇ ਨੇ, ਨਸ਼ੇੜੀ ਹੁੰਦੇ ਨੇ, ਲੇਕਿਨ ਤੁਹਾਡੇ ਨਾਲ ਮਿਲ ਕੇ ਗੱਲ ਬਿਲਕੁਲ ਦੂਰ ਹੁੰਦੀ ਆ ਕਿ ਬਹੁਤ ਕਾਈਂਡ ਹਾਰਟਡ ਨੇ ਤੇ ਬਹੁਤ ਵਧੀਆ ਲੋਕ ਨੇ। ਤੇ ਤੁਸੀਂ ਕੀ ਕਹੋਗੇ? देखो लाइफ है पूरा, ये 4-5 फिंगर्स सेम नहीं, डिफरेंट है। ठीक है। सो इट डिपेंड्स फ्रॉम पर्सन टू पर्सन। Yes. Okay, if you judge from the look, then you'll not get into the heart. Yes. So whenever you look at anybody, even in India, problems can be there, but I don't judge according to a situation, because like 5 fingers दोनों ये 5 फिंगर डिफरेंट है। Yes. So आपका माइंड अप्लाई करो। they are saying don't judge the book by its cover. Yeah. So वो गल हैगी है। Because see, if you read a book, only when you read the content, then you'll come to know what the book is about. Yes. But if you look at the cover and then judge, you may end up making the wrong choice. Yes, ਬਿਲਕੁਲ ਜੀ। ਸੋ ਸਾਡੀ ਇਹਨਾਂ ਦੇ ਨਾਲ ਵੀ ਗੱਲ ਜਾਰੀ ਆ। ਤੁਹਾਨੂੰ ਦਿਖਾਈਏ ਕਿ ਛੋਟੀ ਜੀ ਪਿਆਰੀ ਜੀ ਬੱਚੀ ਆ, ਕੈਥਲੀਨ ਕੌਰ ਨਾਂ ਲਿਖਦੀ ਆ ਆਪਦਾ ਇਹ। ਕੈਥਲੀਨ ਕੌਰ ਨਾਂ ਦੀ ਵੀ ਗੱਲ ਛੱਡੀਏ ਤੁਹਾਨੂੰ ਅੱਗੇ, ਢੋਲ ਬਹੁਤ ਸੋਹਣਾ ਵਜਾਉਂਦੀ ਆ ਬੱਚੀ, ਸਵਿਮਿੰਗ ਬਹੁਤ ਕਰਦੀ ਆ। ਸਭ ਤੋਂ ਵੱਡੀ ਗੱਲ, ਜਿਹੜੇ ਸਾਡੇ ਪੰਜਾਬ ਦੇ ਕੁਛ ਐਡੇ ਕੁ ਬੱਚੇ ਹੋਣਗੇ, ਮੈਨੂੰ ਨਹੀਂ ਲੱਗਦਾ ਕਿਸੇ ਨੂੰ ਧਾਰ ਕੱਢਣੀ ਆਉਂਦੀ ਹੋਊਗੀ ਤੇ ਬਹੁਤ ਘੱਟ ਲੋਕ ਹੋਣਗੇ, ਆਉਂਦੀ ਵੀ ਹੋ ਸਕਦੀ ਹੈ ਕਿਸੇ ਨੂੰ, ਲੇਕਿਨ ਇਹ ਬੱਚੀ ਆ ਗਾਵਾਂ ਮੱਝਾਂ ਦੀ ਧਾਰ ਕੱਢਦੀ ਆ, ਪਿੰਡ ਜਾ ਕੇ ਟੋਕਾ ਕਰਦੀ ਆ, ਕੁਤਰਾ ਕਰਦੀ ਆ, ਪੱਠੇ ਪਾਉਂਦੀ ਆ ਡੰਗਰਾਂ ਨੂੰ ਉਹਨਾਂ ਵੀ ਨਾਲੇ। ਤੁਸੀਂ ਇੱਥੇ ਪੜ੍ਹਦੇ ਹੋ ਤੇ ਪੰਜਾਬ ਦੇ ਕਲਚਰ ਬਾਰੇ ਕਿੰਨਾ ਕੁ ਪਤਾ, ਜਿਵੇਂ ਧਾਰਾਂ ਕੱਢਣੀਆਂ, ਪੱਠੇ ਪਾਉਣੇ, ਪਤਾ ਪਾਉਂਦੇ ਹੋ ਪਿੰਡ ਜਾ ਕੇ? ਹਾਂਜੀ। ਬਹੁਤ ਵਧੀਆ ਪੰਜਾਬੀ ਬੋਲਦੀ ਹੈ। ਤੇ ਇੱਕ ਵਾਰੀ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਬੇਟਾ, ਉਹਨਾਂ ਨੂੰ ਪੰਜਾਬੀ ਦੇ ਵਿੱਚ ਸਤਿ ਸ੍ਰੀ ਅਕਾਲ ਜਾਂ ਪੰਜਾਬੀ 'ਚ ਕੀ ਕਹਿਣਾ ਚਾਹੋਗੇ? सत श्री अकाल, मेरा नाम कैथलीन कौर है। मुझे मटका आता है और घोड़ा आता है और स्विमिंग, ढोल, चाय भी बनाता आता है, रोटी और नीटिंग भी बनाता आता है। ਵੈਰੀ ਗੁੱਡ। ਛੋਟੀ ਜੀ ਬੱਚੀ ਆ, ਰੋਟੀਆਂ ਤੋਂ ਲੈ ਕੇ ਪੱਠੇ ਪਾਉਣ ਤੱਕ ਸਭ ਕੁਝ ਜਾਣਦੀ ਆ। ਅੱਛਾ, ਤੁਸੀਂ ਜਦੋਂ ਹੁਣ ਇੱਕੋ ਜਿਹੇ ਜਿਹੜੇ ਕੱਪੜੇ ਪਾਉਂਦੇ ਹੋ, ਇਹਦਾ ਕੀ ਕਾਰਨ ਹੈ ਜੀ? ਕਿਉਂਕਿ ਇਹ ਵੀ ਗੱਲ ਸਾਹਮਣੇ ਆਉਂਦੀ ਆ ਕਿ ਲੋਕ ਜਦੋਂ ਦੇਖਦੇ ਆ ਜਿਹੜਾ ਆਪੋਜ਼ਿਟ ਕਲਰ ਕੰਪਲੈਕਸ਼ਨ ਹੁੰਦੀ ਆ ਤਾਂ ਉਸ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਹੁੰਦੇ ਨੇ, ਤੇ ਇੱਕੋ ਜਿਹੇ ਕੱਪੜੇ ਪਾਉਣ ਦਾ ਕੀ ਕਾਰਨ ਹੈ ਜੀ? ਜੀ ਇੱਕੋ ਜਿਹੇ ਕੱਪੜੇ ਪਾਉਣ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਬਾਹਰ ਜਾਈਏ ਤੇ ਲੋਕ ਸਾਨੂੰ ਦੇਖ ਕੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇੱਕ ਫੈਮਿਲੀ ਆ,
ਕਿਉਂਕਿ ਨਾਰਮਲੀ ਜਦੋਂ ਆਪਾਂ ਦੇਖਦੇ ਹਾਂ ਮਾਰਕੀਟ ਜਾਂਦੇ ਹਾਂ, ਇਨ ਕੇਸ ਮੈਂ ਮੰਨ ਲਓ ਸਬਜ਼ੀ ਦੇ ਨਾਲ ਮਾਰਕੀਟ ਗਈ ਹਾਂ ਤਾਂ ਲੋਕ ਫਿਰ ਦੇਖਦੇ ਇੱਕ ਵਾਰ ਮੇਰੇ ਵੱਲ, ਇੱਕ ਵਾਰ ਇੰਨੀ ਵਾਰ, ਕਈ ਵਾਰ ਲੋਕ ਫੋਟੋਆਂ ਵੀ ਖਿੱਚਣ ਲੱਗ ਜਾਂਦੇ ਆ। ਠੀਕ ਹੈ ਜੀ। ਕਿਉਂਕਿ ਇੰਡੀਆ ਦੇ ਵਿੱਚ ਕਾਲੇ ਰੰਗ ਨੂੰ ਕੋਈ ਚੰਗਾ ਨਹੀਂ ਮੰਨਿਆ ਜਾਂਦਾ। ਇਹਨਾਂ ਦੀ ਛੱਡੋ, ਆਪਣੀ ਸਾਡੇ ਆਪਣੇ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਕੋਈ ਜਾਣ ਪਛਾਣ ਦੇ ਵਿੱਚ ਇਹ ਨਹੀਂ ਦੇਖਦੇ ਕੁੜੀ ਨੇ PhD ਕੀਤੀ ਆ ਜਾਂ ਨਰਸਿੰਗ ਕੀਤੀ ਆ, M.Ed ਕੀਤੀ ਆ, B.Ed ਕੀਤੀ ਆ। ਉਹ ਕੁੜੀ ਵਿਚਾਰੀ ਦਾ ਇਸ ਗੱਲੋਂ ਰਿਸ਼ਤਾ ਨਹੀਂ ਹੁੰਦਾ ਕਿ ਉਹ ਕਹਿ ਦਿੰਦੇ ਕੁੜੀ ਦਾ ਰੰਗ ਸਾਂਵਲਾ ਆ ਜਾਂ ਸਾਡੇ ਮੁੰਡੇ ਨਾਲ ਖੜੀ ਜੱਚਦੀ ਨਹੀਂ ਹੈਗੀ। ਉਹ ਇਹ ਨਹੀਂ ਦੇਖਦੇ ਉਹਦੀ ਕੀ ਕੁਆਲੀਫਿਕੇਸ਼ਨ ਆ। ਤੇ ਬਹੁਤ ਸਾਰੀਆਂ ਗੱਲਾਂ ਨੇ। ਬਾਕੀ ਦੇਖੋ ਹਰ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਆ, ਹਰ ਬੰਦੇ ਦੀਆਂ ਆਪਣੀਆਂ ਲਾਈਕਸ ਆ, ਡਿਸਲਾਈਕਸ ਆ, ਹੈ ਨਾ। ਤੇ ਬਾਕੀ ਠੀਕ ਹੈ, ਲਾਈਫ ਵਧੀਆ ਚੱਲ ਰਹੀ ਹੈ। ਬਿਲਕੁਲ ਜੀ, ਲਾਈਫ ਤਾਂ ਤੁਹਾਡੀ ਵਧੀਆ ਚੱਲ ਰਹੀ ਹੈ। ਜਿੱਦਾਂ 12 ਸਾਲ ਹੋ ਗਏ ਤੁਹਾਡੇ ਵਿਆਹ ਹੋਏ ਨੂੰ, ਤੁਹਾਡੀ ਬੇਟੀ ਦੀ ਉਮਰ ਵੀ 7-8 ਸਾਲ ਹੈਗੀ ਹੈ ਕੈਥਲੀਨ ਦੀ। ਤੇ ਮਤਲਬ ਜਦੋਂ ਘਰਦਿਆਂ ਨੂੰ ਪਹਿਲਾਂ ਦੱਸਿਆ ਹੋਊਗਾ ਕਿ ਮੈਂ ਇੱਕ ਬਲੈਕ ਵਿਅਕਤੀ ਦੇ ਨਾਲ ਵਿਆਹ ਕਰਾਉਣਾ, ਤੇ ਘਰਦਿਆਂ ਦਾ ਰਿਐਕਸ਼ਨ ਕੀ ਸੀਗਾ? ਕੀ ਉਹ ਈਜ਼ੀ ਮੰਨ ਗਏ ਸੀ? ਹਾਲਾਂਕਿ ਕਹਿੰਦੇ ਆ ਕਿ ਲਵ ਤੇ ਜੰਗ ਦੇ ਵਿੱਚ ਸਾਰਾ ਕੁਝ ਜਾਇਜ਼ ਆ। ਕਿਵੇਂ ਮਨਾਇਆ ਫਿਰ ਘਰਦਿਆਂ ਨੂੰ? ਨਹੀਂ ਜੀ, ਕੋਈ ਪ੍ਰੋਬਲਮ ਨਹੀਂ ਹੋਈ ਹੈਗੀ। ਮੇਰੇ ਨਾਨਾ ਜੀ USA ਰਹਿੰਦੇ ਨੇ ਤੇ ਉਹਨਾਂ ਨੇ ਮੇਰੇ ਵਾਸਤੇ USA ਇੱਕ ਲੜਕਾ ਦੇਖਿਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀ ਪਸੰਦ ਨੇ ਤੇ ਅਗਰ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਇੱਕ ਵਾਰੀ ਮਿਲ ਲਓ ਤੇ ਅਗਰ ਤੁਹਾਨੂੰ ਅੱਛਾ ਲੱਗਿਆ ਤਾਂ ਆਪਾਂ ਮੇਰੀ ਹਾਂ, ਅਗਰ ਤੁਹਾਡੀ ਨਾ ਹੈ ਤਾਂ ਮੇਰੀ ਵੀ ਨਾ ਹੀ ਹੋਏਗੀ। ਤਾਂ ਫਿਰ ਉਹ ਇੰਡੀਆ ਆਏ ਤੇ ਉਹਨਾਂ ਨੇ ਆ ਕੇ ਵੈਮਸਲੇ ਨੂੰ ਮਿਲੇ ਤਾਂ ਸਾਡਾ ਉਹ ਵੀਕ ਦੇ ਵਿੱਚ ਹੀ ਵਿਆਹ ਕਰ ਗਏ ਸੀ। ਉਹ ਕਹਿੰਦੇ ਬਹੁਤ ਜੈਂਟਲਮੈਨ ਬੰਦਾ ਆ, ਕਿਉਂਕਿ ਮੇਰੇ ਨਾਨਾ ਜੀ ਨੇ ਵੀ ਸਾਰੀ ਇੰਨੀ ਏਜ ਆ ਉਹਨਾਂ ਦੀ, ਉਹਨਾਂ ਨੇ ਦੁਨੀਆ ਦੇਖੀ ਹੋਈ ਆ ਤੇ ਫਿਰ ਉਹ ਸਾਡਾ ਵਿਆਹ ਕਰ ਗਏ ਸੀ। ਅੱਛਾ, ਵਿਆਹ ਦੀ ਗੱਲ ਆਉਂਦੀ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਵਿਆਹ ਜਿਹੜਾ ਕੀਤਾ ਜਾਂਦਾ ਮੁੰਡੇ ਵਾਲਿਆਂ ਦੇ ਰੀਤ ਰਿਵਾਜ ਦੇ ਨਾਲ ਕੀਤਾ ਜਾਂਦਾ, ਤੇ ਤੁਸੀਂ ਫਿਰ ਪੰਜਾਬ ਆਨੰਦ ਕਾਰਜ ਕਰਵਾਏ ਜਾਂ ਫਿਰ ਕੋਈ ਇਹਨਾਂ ਦਾ ਅਲੱਗ ਕੋਈ ਵੱਖਰਾ ਕੋਈ ਰਿਵਾਜ ਰੀਤ ਹੈਗੇ ਨੇ ਜਿਹਦੇ ਨਾਲ ਤੁਸੀਂ ਵਿਆਹ? ਨਹੀਂ ਜੀ ਨਹੀਂ, ਬਿਲਕੁਲ ਆਪਾਂ ਗੁਰਦੁਆਰਾ ਸਾਹਿਬ ਪ੍ਰੋਪਰ ਫੇਰੇ ਲੈ ਕੇ ਵਿਆਹ ਕਰਾਇਆ ਕਿਉਂਕਿ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਠੀਕ ਹੈ। ਤੇ ਇਹਨਾਂ ਨੇ ਆਪਣੇ ਮੰਮਾ ਪਾਪਾ ਨੂੰ ਪੁੱਛਿਆ, ਉਹ ਕਹਿੰਦੇ ਕੋਈ ਇਸ਼ੂ ਨਹੀਂ ਹੈਗਾ, ਅਗਰ ਤੂੰ ਸਿੱਖ ਰਿਲੀਜਨ ਦੇ ਅਕੋਰਡਿੰਗ ਵਿਆਹ ਕਰਾਉਣਾ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ, ਤੇ ਕੋਈ ਇਸ਼ੂ ਨਹੀਂ ਰਿਹਾ। ਹਾਂਜੀ। when you meet your partner, so then language barrier is something, the problem between you and your wife? See, language is just it is artificial barrier. It is the heart that matters. Yeah. When you do something from your heart, I think even the language melts. Yes. Yeah, and that is very important in life. So my first time made a in the plane, and I just felt that there's a connection. I did not think that we are going to get married. Yeah. But for me, it was not a question whether I know Punjabi or not, but I felt it is a heart that spoke everything. Yes. Yeah. So for me, it is a question of the feeling rather than the language. Yeah. Yeah. And when she go to your native village, then how you introduce with your family? I just told them that I brought my partner, life partner, and she's here, and everybody was excited and they were very happy. They said, "Okay, thank God that you brought somebody who is caring for you," and that's it. There was nothing like, "Okay, where is she from?" With these things, they don't ask in my culture. Yeah, that's good. You should be happy. Yes. And for me, the first thing that my late grandmother said, he said, today I've seen you happy. Yeah. It was not about. She didn't even ask you where are you from. Just say, I've seen you happy. Yes, very good. ਤੁਸੀਂ ਸੁਣਿਆ ਕਿ ਇਹਨਾਂ ਦੇ ਘਰਦਿਆਂ ਨੇ ਕਿਹਾ ਕਿ ਸਾਨੂੰ ਇਹ ਨਹੀਂ ਮਸਲਾ ਹੈਗਾ ਕਿ ਲੜਕੀ ਕਿੱਥੋਂ ਦੀ ਆ, ਪਰ ਲੜਕੀ ਤੇਰੇ ਦੇ ਤੈਨੂੰ ਸਾਂਭਣ ਵਾਲੀ ਆ, ਤੇਰੀ ਕੇਅਰ ਕਰਨ ਵਾਲੀ ਆ। ਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਖੁਸ਼ ਆ ਤਾਂ ਅਸੀਂ ਖੁਸ਼ ਹਾਂ। ਇਸੇ ਤਰ੍ਹਾਂ ਇਹਨਾਂ ਦੇ ਘਰਦਿਆਂ ਨੇ ਕਿਹਾ ਸੀ, ਇਹਨਾਂ ਦੇ ਨਾਨਾ ਜੀ ਨੇ ਕਿਹਾ ਸੀ ਕਿ ਜੇ ਤੂੰ ਖੁਸ਼ ਆ, ਲੜਕਾ ਬਹੁਤ ਵਧੀਆ ਜੈਂਟਲ ਆ ਤੇ ਮੈਰਿਜ ਹੋਣੀ ਚਾਹੀਦੀ ਆ। ਅੱਛਾ, ਖਾਣ ਪੀਣ ਦੀ ਗੱਲ ਕਰੀਏ ਕਿ ਪੰਜਾਬੀ ਖਾਣ ਪੀਣ ਦੇ ਵਿੱਚ ਬਹੁਤ ਚੂਜ਼ੀ ਹੁੰਦੇ ਨੇ ਤੇ ਬਹੁਤ ਜਿਹੜਾ ਖਾਣਾ ਮਤਲਬ ਹਰ ਤਰੀਕੇ ਦਾ ਖਾਣਾ ਖਾਂਦੇ ਨੇ। ਪੰਜਾਬੀਆਂ ਦਾ ਖਾਣਾ ਬਹੁਤ ਮਸ਼ਹੂਰ ਆ, ਤੇ ਫਿਰ ਖਾਣ ਪੀਣ ਦਾ ਕਿਵੇਂ ਐਡਜਸਟ ਹੁੰਦਾ ਜੀ? ਖਾਣ ਜੀ ਸਿੰਪਲ ਰੋਟੀ ਦਾਲ ਸਬਜ਼ੀ ਖਾਈ ਦੀ ਆਪਾਂ, ਕੁਛ ਖਾਂਦੇ ਪੀਂਦੇ ਨਹੀਂ ਹੈਗੇ, ਕੁਛ ਨਹੀਂ ਖਾਂਦੇ ਪੀਂਦੇ ਜੀ। ਅੱਛਾ। ਤੇ ਕੋਕ ਵੀ ਨਹੀਂ ਪੀਂਦੇ, ਹੋਰ ਛੱਡੋ, ਕੋਈ ਕੋਲਡ ਡਰਿੰਕਸ ਵਗੈਰਾ ਕੁਛ ਨਹੀਂ ਪੀਂਦੇ ਹੈਗੇ। ਸਿੰਪਲ ਜਿਹੜਾ ਦਾਲ ਫੂਡ ਅਸੀਂ ਰੋਟੀ ਉਹੀ ਖਾਂਦੇ ਆ। ਹਾਂਜੀ। ਤੇ ਗੁੜੀਆ ਦੀ ਗੱਲ ਕਰੀਏ ਤੇ ਇਹ ਕੀ ਖਾਂਦੀ ਹੈ, ਜਿਹਨੂੰ ਕੀ ਪਸੰਦ ਹੈ ਗੁੜੀਆ? ਤੇ ਕੀ ਪਸੰਦ ਹੈ ਬੇਟਾ, ਕੀ ਖਾਂਦੇ ਹੋ, ਖਾਣ 'ਚ ਕੀ ਵਧੀਆ ਲੱਗਦਾ?
मुझे राजमा राइस पसंद है और मुझे पिज़्ज़ा बर्गर पसंद है। ਵੈਰੀ ਗੁੱਡ, ਠੀਕ ਹੈ। ਸੋ ਇਹ ਜਿਹੜੀ ਬੱਚੀ ਹੈ ਤੁਹਾਨੂੰ ਦੱਸੀਏ ਕਿ ਇਹ ਸਵਿਮਿੰਗ ਦੀ ਪ੍ਰੈਕਟਿਸ ਕਰ ਰਹੀ ਹੈ, ਲੇਕਿਨ ਇਹਨੂੰ ਪੰਜਾਬੀ ਹਿੰਦੀ ਦੋਵੇਂ ਲੈਂਗੁਏਜਸ ਆਉਂਦੀਆਂ ਨੇ, ਇੰਗਲਿਸ਼ ਤਾਂ ਆਉਂਦੀ ਆ, ਪੰਜਾਬੀ ਤੇ ਹਿੰਦੀ ਲੈਂਗੁਏਜ ਮਦਰ ਟੰਗ ਪੰਜਾਬੀ ਆ ਤੇ ਇਸ ਦੇ ਨਾਲ ਨੈਸ਼ਨਲ ਲੈਂਗੁਏਜ ਸਾਡੀ ਹਿੰਦੀ ਆ ਤੇ ਉਹ ਵੀ ਆਉਂਦੀਆਂ ਨੇ। ਤੇ ਇਹਨਾਂ ਦੇ ਨਾਲ ਇੱਕ ਦੁਰਘਟਨਾਵਾਂ ਬਹੁਤ ਸਾਰੀਆਂ ਹੁੰਦੀਆਂ ਨੇ ਜਦੋਂ ਬਾਹਰ ਜਾਂਦੇ ਨੇ, ਲੋਕਾਂ ਨੂੰ ਲੱਗਦਾ ਕਿ ਇਹਨਾਂ ਨੂੰ ਸ਼ਾਇਦ ਕੁਝ ਪਤਾ ਨਹੀਂ, ਸ਼ਾਇਦ ਕੁਝ ਸਮਝ ਨਹੀਂ ਆਉਂਦਾ ਹੈਗਾ, ਲੋਕ ਪੰਜਾਬੀ ਜਾਂ ਹਿੰਦੀ 'ਚ ਗੱਲ ਕਰਦੇ ਆ, ਪਰ ਇਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ ਕਿ once you went to UP, I think Aligarh. There is some one happen is going to be they don't know, so you speak or understand the Hindi and Punjabi. Yeah, actually I was traveling in the bus, and then the conductor was not giving back change. Yeah. And then they were saying something, assuming that I did not understand Hindi. Yeah, what are they saying? They were saying ये कोई हिंदी समझा नहीं, कोई बात नहीं, जाओ जाओ जाओ. Then when I told them that okay, can you give back the change after I You pay? just speak in Hindi. I think. Yeah, I told him okay. I told him Paji. He said yes, and the conductor was really surprised when I told him Paji. I said okay, mera change. He said, huh? Hindi आंधी है? I said नहीं, मैं हिंदी नहीं आंधी है, but Punjabi आंधी है. I said change दे दो. And then he looked at me quite surprised. And since throughout the journey they were talking about me, since I was the only odd-looking person there, Yeah. according to them. Yeah. But suddenly everybody kept quiet when they discovered that I was understanding what they were saying. And the remaining half of the journey, nobody even spoke a word in Hindi or Punjabi. They were all quiet. When I alighted from the bus, everybody was just, it was like they had got a shock of their life, because whatever they were saying, I was understanding. ਯੈਸ, Yeah. ਥੋੜ੍ਹਾ ਜਿਹਾ ਤੁਹਾਨੂੰ ਮੈਂ ਪੰਜਾਬੀ 'ਚ ਦੱਸ ਦਿੰਦਾ। ਇਹ ਯੂਪੀ ਦੇ ਅਲੀਗੜ੍ਹ ਗਏ ਸੀ ਤੇ ਇਹਨਾਂ ਨੇ ਕੰਡਕਟਰ ਨੂੰ ਕਿਹਾ ਵੀ ਆ ਫੜ 200 ਰੁਪਏ ਮੈਨੂੰ ਟਿਕਟ ਦੇ ਦੇ ਤੇ ਬਾਕੀ ਮੈਨੂੰ ਚੇਂਜ ਦੇ ਦੇ। ਉਹਨੂੰ ਕਹੇ ਯਾਰ ਮਤਲਬ ਪਾਗਲ ਆ, ਛੱਡ, ਇਹਨੂੰ ਨਹੀਂ ਪਤਾ ਲੱਗਦਾ, ਬਾਅਦ 'ਚ ਚੇਂਜ ਦੇਵਾਂਗੇ, ਇਹ ਆ ਬੋ ਆ। ਜਦ ਇਹਨੇ ਪੰਜਾਬੀ 'ਚ ਬਾਈ ਨੇ ਗੱਲ ਕੀਤੀ ਵੀ ਕੰਡਕਟਰ ਸਾਹਿਬ ਲਿਆਓ ਮੇਰੇ ਪੈਸੇ ਦਿਓ ਕਿੱਥੇ ਨੇ, ਤੇ ਫਿਰ ਕਹਿੰਦਾ ਸ਼ੌਕ ਹੀ ਹੋ ਗਿਆ, ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਇਹ ਤਾਂ ਅਸੀਂ ਤਾਂ ਬੋਲ ਰਹੇ ਸੀ ਪਾਗਲ ਆਪਣਾ। ਪਰ ਤੁਹਾਨੂੰ ਇਹ ਬੰਦੇ ਦੀ ਗੱਲ ਦੱਸੀ ਕਿ ਇੰਨੇ ਪੜ੍ਹੇ ਲਿਖੇ ਨੇ, ਬਹੁਤ ਸਾਰੇ ਲੋਕਾਂ ਦੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਰਹੇ ਨੇ, ਲੇਕਿਨ ਬੰਦੇ ਦੀ ਨਿਮਰਤਾ ਦੇਖੋ ਕਿੰਨੀ ਆ ਕਿ ਕਹਿੰਦਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਪਾਗਲ ਆ, ਇਹਨੂੰ ਪਤਾ ਨਹੀਂ ਲੱਗ ਰਿਹਾ, ਤਾਂ ਫਿਰ ਵੀ ਮੈਂ ਚੁੱਪ ਕਰਕੇ ਬੈਠਾ ਰਿਹਾ, ਪਰ ਜਦੋਂ ਕਹਿੰਦਾ ਮੈਂ ਪੰਜਾਬੀ ਬੋਲਿਆ ਫਿਰ ਸਾਰੇ ਸਫ਼ਰ ਦੇ ਵਿੱਚ ਸਾਰੀ ਬੱਸ ਹੀ ਚੁੱਪ ਕਰਕੇ ਬੈਠੀ ਰਹੀ ਆ। ਸੋ ਤੁਸੀਂ ਹੁਣ ਅਗਲਾ ਜਿਵੇਂ ਤੁਸੀਂ ਇੱਥੇ ਕੀਨੀਆ ਜਾਂਦੇ ਹੋ ਤੇ ਉੱਥੇ ਉਹਨਾਂ ਦੀ ਫੈਮਿਲੀ ਦੇ ਨਾਲ ਕਿੱਦਾਂ ਦਾ ਤੁਹਾਡਾ ਰਹਿੰਦਾ, ਉੱਥੇ ਕੌਣ ਕੌਣ ਫੈਮਿਲੀ 'ਚ ਨੇ ਤੁਹਾਡੀ? ਫੈਮਿਲੀ 'ਚ ਮੇਰੇ ਮਦਰ ਇਨ ਲਾਅ ਨੇ, ਫਾਦਰ ਇਨ ਲਾਅ ਸਾਹਿਬ ਦੀ ਥੋੜ੍ਹੇ ਸਾਲ ਪਹਿਲਾਂ ਡੈਥ ਹੋ ਗਈ ਹੈ, ਤੇ ਬਾਕੀ ਮੇਰੀਆਂ ਨਣਾਨਾਂ ਨੇ, ਜੇਠ ਨੇ, ਸਾਡੀ 60-70 ਬੰਦਿਆਂ ਦੀ ਫੈਮਿਲੀ ਹੈ। ਅੱਛਾ, ਕਿਉਂਕਿ ਮੇਰੇ ਫਾਦਰ ਇਨ ਲਾਅ 5-6 ਭਰਾ ਨੇ, ਹਾਂਜੀ, ਤੇ ਉਹ ਸਾਰਿਆਂ ਦੇ ਫਿਰ ਅੱਗੇ ਡਾਟਰਸ ਹੋ ਗਈਆਂ, ਬੇਟੇ ਹੋ ਗਏ, ਅੱਗੇ ਕਿਸੇ ਦੇ ਦੋਤੇ, ਕਿਸੇ ਦੇ ਪੋਤੇ ਪੋਤੀਆਂ, ਤੇ ਸਾਰੇ ਬਹੁਤ ਅੱਛੇ ਨੇ। ਐਕਚੁਅਲੀ ਸਾਰੀ ਫੈਮਿਲੀ ਬਹੁਤ ਪੜ੍ਹੀ ਲਿਖੀ ਆ, ਤੇ ਐਜੂਕੇਸ਼ਨ ਜਿਹੜੀ ਹੈ ਨਾ ਇਹ ਮਾਈਂਡ ਬੰਦੇ ਦਾ ਚੇਂਜ ਕਰ ਦਿੰਦੀ ਹੈ। ਹਾਂਜੀ, ਤੇ ਹੁਣ ਜਦੋਂ ਉਹ ਇਹਨਾਂ ਦੀ ਫੈਮਿਲੀ ਦੀ ਆਪਾਂ ਗੱਲ ਕਰੀਏ, ਪੈਂਸਲੀ ਦੀ ਫੈਮਿਲੀ ਦੀ ਗੱਲ ਕਰੀਏ, ਕਿ ਉਹ ਉਹਨਾਂ ਦੇ ਮੈਂਬਰ ਇੱਥੇ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਤੁਹਾਡੇ ਪਰਿਵਾਰ ਨਾਲ ਮਿਲਣ ਆਏ ਨੇ? ਹਾਂਜੀ ਹਾਂਜੀ, ਇੰਡੀਆ ਬਿਲਕੁਲ ਆਉਂਦੇ ਜਾਂਦੇ ਨੇ। ਅੱਛਾ ਜੀ, ਵਾਂਸ ਅ ਈਅਰ ਤਾਂ ਅਸੀਂ ਜਾਣਾ ਹੀ ਜਾਣਾ ਹੈ, ਤੇ ਉਹ ਵੀ 2 ਸਾਲ ਬਾਅਦ ਚੱਕਰ ਮਾਰ ਜਾਂਦੇ ਇੰਡੀਆ। ਠੀਕ ਹੈ ਜੀ। ਹਾਂਜੀ, ਸੋ ਕਦੇ ਵੈਸੇ ਤਾਂ ਚਲੋ ਲੋਕ ਚੰਗੇ ਨੂੰ ਚੰਗਾ ਵੀ ਕਹਿ ਦਿੰਦੇ ਨੇ, ਮਾੜੇ ਨੂੰ ਮਾੜਾ ਵੀ ਕਹਿ ਦਿੰਦੇ ਨੇ, ਮਾੜੇ ਨੂੰ ਵੀ ਚੰਗਾ ਕਹਿੰਦੇ, ਚੰਗੇ ਨੂੰ ਮਾੜਾ ਕਹਿੰਦੇ। ਤੇ ਤੁਹਾਡੇ ਨਾਲ ਕਦੇ ਕੋਈ ਇਦਾਂ ਦਾ ਵਾਕਿਆ ਹੋਇਆ ਕਿ ਕਿਤੇ ਜਾ ਕੇ ਤੁਹਾਨੂੰ ਲੋਕਾਂ ਨੇ ਟਰੋਲ ਵੀ ਕੀਤਾ ਹੋਵੇ? ਜਿਵੇਂ ਕਿ ਹਾਲਾਂਕਿ ਜੇਕਰ ਕੋਈ ਬਾਹਰੋਂ ਗੋਰੀ ਆ ਕੇ ਵਿਆਹ ਕਰਾਉਂਦੀ ਆ ਤਾਂ ਲੋਕ ਬਹੁਤ ਪ੍ਰੇਜ਼ ਕਰਦੇ ਆ ਕਿ ਸਾਡੇ ਪੰਜਾਬੀ ਮੁੰਡੇ ਨਾਲ ਵਿਆਹ ਕਰਾਇਆ, ਤੇ ਤੁਸੀਂ ਜਿੱਦਾਂ ਇਹਨਾਂ ਦੇ ਨਾਲ ਵਿਆਹ ਕਰਾਇਆ, ਤੇ ਤੁਹਾਨੂੰ ਵੀ ਕਦੇ ਕੋਈ ਲੋਕਾਂ ਨੇ ਇਦਾਂ ਦਾ ਕਿਹਾ ਵੀ ਬਈ ਨਹੀਂ ਐ ਨਹੀਂ ਕਰਨਾ ਚਾਹੀਦਾ ਸੀ, ਤੁਸੀਂ ਪੰਜਾਬੀ ਹੋ, ਜਾਂ ਕੁਛ ਇਦਾਂ ਦਾ ਕਦੇ ਹੋਇਆ ਜੀ? ਕਦੇ ਬਹੁਤ ਵਾਰ ਹੋਇਆ, ਬਟ ਮੈਂ ਜਸਟ ਫਿਰ ਇਹ ਸੋਚ ਕੇ ਜਸਟ ਹੱਸ ਦਿੰਦੀ ਹਾਂ ਕਿ ਜਿਨ੍ਹਾਂ ਦੀਆਂ ਖੁਦ ਦੀਆਂ ਧੀਆਂ ਥੋੜ੍ਹਾ ਜਿਹਾ ਵਿਚਾਰੀਆਂ ਦਾ ਡਾਰਕ ਕੰਪਲੈਕਸ਼ਨ ਆ, ਉਹਨਾਂ ਦਾ ਵਿਚਾਰੀਆਂ ਦਾ ਇੰਡੀਆ 'ਚ ਰਿਸ਼ਤਾ ਹੋਣਾ ਬਹੁਤ ਔਖਾ ਆ, ਕਿ ਵੈਦਰ ਉਹਨੇ PhD ਵੀ ਬੇਸ਼ੱਕ ਕੀਤੀ ਹੋਵੇ। ਤੇ ਫਿਰ ਮੈਂ ਜਸਟ ਕਹਿੰਦੀ ਹਾਂ, ਅਗਰ ਉਹ ਖੁਦ ਆਪਣੀਆਂ ਧੀਆਂ ਨੂੰ ਨਹੀਂ ਬਖਸ਼ਦੇ ਤੇ ਮੈਨੂੰ ਵਿਚਾਰਿਆਂ ਨੇ ਕੀ ਬਖਸ਼ਣਾ ਹੈ, ਮੈਂ ਵਿਚਾਰੇ ਹੀ ਕਹਿੰਦੀ ਉਹਨਾਂ ਨੂੰ। ਠੀਕ ਹੈ ਜੀ। ਔਰ ਦੂਸਰੀ ਗੱਲ, ਕਈ ਲੋਕ ਕਹਿੰਦੇ ਆ ਕਿ ਸ਼ਾਇਦ ਮੈਂ ਪੈਸਾ ਦੇਖ ਕੇ ਵਿਆਹ ਕਰਾਇਆ ਹੈ। ਮੈਂ ਇਸ ਗੱਲ ਨੂੰ ਵੀ ਕਲੈਰੀਫਾਈ ਕਰਨਾ ਚਾਹੁੰਦੀ ਹਾਂ। ਮੇਰੇ ਇੱਕ ਨਨਾਣ ਤੇ ਨਣਦੋਈਆ ਸਾਹਿਬ ਦੀ ਡੈਥ ਹੋ ਗਈ ਸੀ, 3 ਬੱਚੇ ਨੇ ਉਹਨਾਂ ਦੇ, ਤੇ ਜਿੱਦਾਂ ਆਪਣੇ ਸੇਮ ਇੰਡੀਆ ਦੇ ਵਿੱਚ ਐਨਚੈਸਟਰ ਲੈਂਡ ਹੁੰਦੀ ਆ, ਆਪਾਂ ਡਿਵਾਈਡ ਕਰਕੇ ਭਰਾਵਾਂ 'ਚ ਵੰਡੀ ਜਾਂਦੀ ਆ, ਤੇ ਸੇਮ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਉਹ ਲੈਂਡ ਅਸੀਂ ਡਿਵਾਈਡ ਕਰਕੇ, ਜਿਹੜਾ ਸਾਡੇ ਹਿੱਸੇ ਦੀ ਲੈਂਡ ਆਈ ਸੀ, ਉਹ 3 ਬੱਚੇ ਨੇ, ਅਸੀਂ ਉਹ
ਆਪਣੇ ਹਿੱਸੇ ਦੀ ਲੈਂਡ ਜੇ ਅਸੀਂ ਵੇਚ ਕੇ ਇੰਡੀਆ ਪੈਸਾ ਲੈ ਕੇ ਆਂਦੇ ਸਾਨੂੰ 70 ਤੋਂ 80 ਲੱਖ ਰੁਪਇਆ ਮਿਲਣਾ ਸੀਗਾ। ਤੇ ਅਸੀਂ ਉਹ ਲੈਂਡ ਉਹ ਤਿੰਨਾਂ ਬੱਚਿਆਂ ਦੇ ਵਿੱਚ ਡਿਵਾਈਡ ਕਰ ਦਿੱਤੀ ਤੇ ਉਹਨਾਂ ਚੋਂ ਇੱਕ ਬੱਚਾ ਹੁਣ ਪਾਇਲਟ ਦੀ ਟ੍ਰੇਨਿੰਗ ਲਈ ਗਿਆ ਹੋਇਆ ਆ। ਦੂਸਰੇ ਨੰਬਰ ਵਾਲੀ ਜਿਹੜੀ ਸਾਡੀ ਨੀਸ ਆ ਉਹ ਨਰਸ ਦਾ ਕੋਰਸ ਕਰ ਰਹੀ ਹੈ। ਤੀਸਰੇ ਵਾਲਾ 6ਵੀਂ ਕਲਾਸ 'ਚ ਪੜ੍ਹ ਰਿਹਾ ਆ। ਕਿ ਇੱਦਾਂ ਹਰ ਕੋਈ ਬੰਦਾ ਪੈਸੇ ਦਾ ਲਾਲਚੀ ਨਹੀਂ ਹੁੰਦਾ ਹੈਗਾ। ਔਰ ਦੂਸਰੀ ਗੱਲ ਕਿ ਕਈ ਲੋਕ ਕਹਿੰਦੇ ਆ ਵੀ PR ਮੈਂ 40 ਤੋਂ 45 ਕੰਟਰੀਆਂ ਦੁਨੀਆ ਦੀ ਘੁੰਮ ਚੁੱਕੀ ਹਾਂ। ਇਹਨਾਂ ਨੇ ਬਹੁਤ ਕੰਟਰੀਜ਼ ਘੁਮਾਇਆ। ਅਸੀਂ ਬਹੁਤ ਟਵਾਈਸ ਅ ਈਅਰ ਟਰੈਵਲ ਵੀ ਕਰਦੇ ਹਾਂ। ਅਗਰ PR ਦਾ ਚੱਕਰ ਹੁੰਦਾ ਤਾਂ ਉਹਨਾਂ ਲੋਕਾਂ ਦੇ ਉਹਨਾਂ ਛੋਟੇ ਸੋਚ ਵਾਲਿਆਂ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਜੇ PR ਲੈਣੀ ਹੁੰਦੀ ਅਸੀਂ ਇੰਡੀਆ ਆਪਣੇ ਬੱਚੇ ਨੂੰ ਲੈ ਕੇ ਆਏ ਹਾਂ ਇਸ ਵੇਲੇ ਕਿਉਂਕਿ ਇਹਨੂੰ ਹਿੰਦੀ ਬਿਲਕੁਲ ਆ ਗਈ ਹੈ। ਪੰਜਾਬੀ 'ਚ ਹੀ ਹਜੇ ਉਨੀ ਪਰਫੈਕਟ ਨਹੀਂ ਹੈਗੀ। ਠੀਕ ਹੈ। ਤੇ ਅਸੀਂ ਹੁਣ ਦੇਖੋ ਇਹਨੂੰ ਕੁਛ ਮਹੀਨੇ ਹੋ ਗਏ ਸਾਨੂੰ ਇੰਡੀਆ ਆਇਆ ਨੂੰ। ਅਸੀਂ ਇੰਡੀਆ ਰੱਖਿਆ ਆ ਪਿੰਡ ਲੈ ਕੇ ਜਾਂਦੇ ਹਾਂ ਅਸੀਂ ਇਹਨੂੰ ਪੂਰਾ ਆਪਣਾ। ਤੁਸੀਂ ਤੁਸੀਂ ਪਿੰਡ 'ਚ ਜਾ ਕੇ ਕਿਸੇ ਵੀ ਬੱਚੇ ਨੂੰ ਪੁੱਛੋ ਕਿਸੇ ਨੂੰ ਗੁਰੂ ਦੇ ਨਾਂ ਨਹੀਂ ਪਤਾ ਹੈਗੇ ਕਿਸੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਤੁਸੀਂ ਮੇਰੇ ਬੱਚੇ ਨੂੰ ਪੁੱਛੋ ਸਾਰਾ ਕੁਝ ਆਉਂਦਾ ਆ। 4 ਸਾਹਿਬਜ਼ਾਦਿਆਂ ਦੇ ਨਾਮ ਸਭ ਕੁਝ ਆਉਂਦਾ ਹੈ ਇਹਨੂੰ। ਅਸੀਂ ਸਭ ਕੁਝ ਸਿਖਾਇਆ ਹੈ ਇਹਨੂੰ ਹੈ ਨਾ। ਹਾਂਜੀ ਬੇਟਾ ਸੌਰੀ ਊੜਾ ਐੜਾ ਨਹੀਂ ਆਉਂਦਾ ਲੋਕਾਂ ਨੂੰ। ਹੋਰ ਦੱਸੋ ਤੁਸੀਂ। ਤੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਇੱਦਾਂ ਨਹੀਂ ਹੁੰਦਾ। ਹਰ ਚੀਜ਼ ਦੇ ਵਿੱਚ ਗ੍ਰੀਡੀਨੈਸ ਨਹੀਂ ਹੁੰਦੀ ਹੈਗੀ। ਜੇ ਹੁਣ ਆਪਾਂ ਕਹੀਏ ਰੀਸੈਂਟਲੀ ਕਈ ਲੋਕ ਕਹਿੰਦੇ ਆ PR ਆ ਪੈਸਾ ਆ। ਕਈ ਲੋਕ ਇੱਦਾਂ ਕਹਿੰਦੇ ਆ ਕਿ ਇਹ ਲੋਕ ਚੰਗੇ ਨਹੀਂ ਹੁੰਦੇ ਇਹ ਇੱਦਾਂ ਆ। ਜੇ ਇਹ ਲੋਕ ਚੰਗੇ ਨਹੀਂ ਹੁੰਦੇ ਰੀਸੈਂਟਲੀ ਗੁਰਦਾਸਪੁਰ ਦੇ ਵਿੱਚ ਇੱਕ ਇਨਸੀਡੈਂਟ ਹੋਇਆ। ਇੱਕ 4 ਸਾਲ ਦੀ ਕੁੜੀ ਨਾਲ ਰੇਪ ਹੋ ਗਿਆ ਹੈ ਨਾ। ਤੇ ਉਹ ਕੋਈ ਬਾਹਰਲੀ ਕੰਟਰੀ ਦੇ ਬੰਦੇ ਨੇ ਆ ਕੇ ਉਸ ਬੱਚੇ ਨਾਲ ਰੇਪ ਨਹੀਂ ਕੀਤਾ। ਸਾਡੇ ਹੀ ਸੁਸਾਇਟੀ ਦੇ ਵਿੱਚ ਸਾਡੇ ਹੀ ਵਿੱਚੋਂ ਕਿਸੇ ਨੇ ਰੇਪ ਕੀਤਾ ਉਹਦੇ ਨਾਲ। ਤੇ ਇੱਦਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਾੜੇ ਆ ਜਾਂ ਇਸ ਕੰਟਰੀ ਦੇ ਹਰ ਚੰਗੇ ਮਾੜੇ ਜਗ੍ਹਾ ਜਿੱਦਾਂ ਇਹਨਾਂ ਨੇ ਮੇਰੇ ਹਸਬੈਂਡ ਨੇ ਬਹੁਤ ਅੱਛਾ ਕਿਹਾ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੈਗੀਆਂ। ਤੇ ਹਰ ਕੰਟਰੀ ਦੇ ਵਿੱਚ ਚੰਗੇ ਮਾੜੇ ਲੋਕ ਹੈਗੇ ਨੇ। ਔਰ ਦੂਸਰੀ ਗੱਲ ਤੁਸੀਂ ਇੰਡੀਆ ਦੇ ਵਿੱਚ ਆ ਜਿੱਥੇ ਆਪਣੇ ਨਸ਼ਾ ਛੁਡਾਊ ਕੇਂਦਰ ਆ ਮੈਂ ਕਹਿੰਦੀ ਭਰੇ ਪਏ ਆ ਜਗ੍ਹਾ ਹੀ ਹੈ ਨਹੀਂ। ਤੁਸੀਂ ਬੜੇ ਮੁੰਡਿਆਂ ਨੂੰ ਲੈ ਕੇ ਜਾਓ। ਕਈ ਲੋਕਾਂ ਨੇ ਬੜੇ ਕਮੈਂਟ ਕੀਤੇ ਵੀ ਤੈਨੂੰ ਪੰਜਾਬੀ ਮੁੰਡਾ ਨਹੀਂ ਲੱਗਿਆ ਪੰਜਾਬੀ ਮੁੰਡੇ ਮਰ ਗਏ ਸੀ ਜਾਂ ਇਹ ਆ ਉਹ ਆ। ਮੈਂ ਕਹਿੰਦੀ ਹਾਂ ਜੀ ਇਹ ਕੋਕ ਵੀ ਨਹੀਂ ਪੀਂਦੇ ਹੈਗੇ। ਦਾਰੂ ਸ਼ਾਰੂ ਤਾਂ ਬਹੁਤ ਵੱਡੀ ਗੱਲ ਆ। ਠੀਕ ਹੈ ਨਾ। ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਠੀਕ ਹੈ ਜਰਨੀ ਆ ਚੱਲ ਰਹੀ ਆ। ਬਾਕੀ ਆਪਣੀ ਸਿਹਤ 'ਤੇ ਕੋਈ ਅਸਰ ਨਹੀਂ ਹੈਗਾ। ਅਸੀਂ ਆਪਣੇ ਘਰ ਰਾਜੀ ਹਾਂ ਜੀ ਆਪਣੇ ਘਰ ਖੁਸ਼ ਹਾਂ। ਕਿੰਨੇ ਕੁ ਲੋਕ ਆ ਜਿਹੜੇ ਤੁਹਾਡੇ ਵੀ ਬੇਟੀਆਂ ਹੋਣੀਆਂ ਸਿਸਟਰਸ ਹੋਣੀਆਂ ਆ ਇਹ ਭਾਈ ਸਾਹਿਬ ਇਹਨਾਂ ਦੀ ਵੀ ਫੈਮਿਲੀ ਹੋਣੀ ਆ। ਮੇਰੇ ਵੀ ਬਹੁਤ ਰਿਸ਼ਤੇਦਾਰ ਨੇ। ਕਿੰਨੇ ਕਿ ਆਪਣੀ ਸੁਸਾਇਟੀ ਦੇ ਵਿੱਚ ਕੁੜੀਆਂ ਹੈ ਜਿਹੜੀਆਂ ਕਹਿੰਦੀਆਂ ਹੈ ਕਿ ਮੇਰੀ ਸੱਸ ਬਹੁਤ ਚੰਗੀ ਮੇਰਾ ਸਹੁਰਾ ਬਹੁਤ ਚੰਗਾ ਮੇਰਾ ਘਰ ਵਾਲਾ ਬਹੁਤ ਚੰਗਾ ਮੈਂ ਆਪਣੇ ਘਰ ਬਹੁਤ ਖੁਸ਼ ਹਾਂ। ਕਿੰਨੇ ਕੁ ਬੰਦੇ ਆ ਬਹੁਤ ਲਿਮਟਿਡ ਨੇ। ਤੇ ਲੋਕ ਇਸ ਗੱਲ ਨੂੰ ਵੀ ਥੋੜਾ ਡਾਈਜੈਸਟ ਨਹੀਂ ਕਰ ਪਾ ਰਹੇ। ਉਹਨਾਂ ਦਾ ਸਟਮਕ ਅਪਸੈਟ ਹੋ ਗਿਆ ਕਿ ਕੁੜੀ ਕਹਿ ਰਹੀ ਹੈ ਕਿ ਮੈਂ ਆਪਣੇ ਘਰੇ ਖੁਸ਼ ਹਾਂ। ਜੇ ਮੈਂ ਖੁਸ਼ ਹਾਂ ਮੈਂ ਤਾਂ ਹੀ ਕਹਿ ਰਹੀ ਹਾਂ ਖੁਸ਼ ਹਾਂ। ਜੇ ਅੱਜ ਕੱਲ੍ਹ ਕੋਈ ਚੰਗਾ ਆ ਕੋਈ ਨਹੀਂ ਚੰਗੇ ਬੰਦੇ ਨੂੰ ਚੰਗਾ ਨਹੀਂ ਕਹਿੰਦਾ। ਆਪਣੇ ਤਾਏ ਚਾਚਿਆਂ 'ਚ ਜਾਂ ਕਿਤੇ ਵੀ ਲੈ ਲਈਏ ਆਪਾਂ ਜ਼ਰੂਰ ਕਹੋਗੇ ਵੀ ਇਹ ਚਾਚੇ ਦੇ ਮੁੰਡੇ ਦਾ ਲੋਕ ਭਾਨੀਆਂ ਮਾਰਦੇ ਵੀ ਇਹਦਾ ਰਿਸ਼ਤਾ ਨਾ ਹੋ ਜਾਵੇ ਕਿਤੇ ਆ ਨਾ ਹੋ ਜਾਵੇ। ਇਹ ਚੰਗੇ ਆ ਤਾਂ ਚੰਗਾ ਹੀ ਕਹਿ ਰਹੀ ਹਾਂ। ਇਹ ਰੱਬ ਦਾ ਬੰਦਾ ਹੈ ਜੀ ਇਹ। ਹਾਂ ਬਿਲਕੁਲ ਜੀ ਰੱਬ ਦਾ ਬੰਦਾ। ਤੁਸੀਂ ਸੁਣਿਆ ਕਿ ਜਦੋਂ ਸੋਚਣੀ ਚੇਂਜ ਹੁੰਦੀ ਆ ਕਿਉਂਕਿ ਕਹਿੰਦੇ ਨੇ ਜੇ ਪੜ੍ਹਾਈ ਦੇ ਵਿੱਚ ਇੱਕ ਧੀ ਪੜ੍ਹ ਜਾਵੇ ਤਾਂ 7 ਕੁੱਲ ਪੜ੍ਹ ਜਾਂਦੀਆਂ ਨੇ। ਇਸੇ ਕਾਰਨ ਕਿਹਾ ਜਾਂਦਾ ਕਿ ਇਹ ਐਜੂਕੇਸ਼ਨਿਸਟ ਹੈਗੇ ਨੇ ਤੇ ਇਹਨਾਂ ਦੇ ਨਾਲ ਇਹ ਵੀ ਪੜ੍ਹੇ ਲਿਖੇ ਨੇ ਤੇ ਦੋਵਾਂ ਨੇ ਆਪਣਾ ਫੈਮਿਲੀ ਦਾ ਜਾਂ ਆਪਣੀ ਗ੍ਰਸਤੀ ਦਾ ਜਿਹੜਾ ਡਿਸੀਜ਼ਨ ਲਿਆ। ਤੇ ਇੱਕ ਇਹਦੇ 'ਚ ਹੋਰ ਗੱਲ ਹੈ ਜੀ ਇੱਕ ਬਾਲਾਂ ਦੀ ਜਿਹੜੀ ਗੱਲ ਹੈ ਕਿਉਂਕਿ ਇਹਨਾਂ ਦੇ ਬਾਲ ਨਹੀਂ ਹੈਗੇ ਤੇ ਬਾਲ ਹੈਗੇ ਸ਼ੇਪ ਕੀਤੇ ਹੋਏ ਨਹੀਂ ਮੇਰੀ ਮੈਂ ਹੋਰ ਗੱਲ ਤੇ ਜਿੱਦਾਂ ਘੁੰਗਰਾਲੇ ਬਾਲ ਹੁੰਦੇ ਨੇ ਮਤਲਬ ਹੈ ਨਾ। ਤੇ ਇਹ ਬੇਟੀ ਦੇ ਇਹਨੇ ਜਿਹੜਾ ਤੁਹਾਨੂੰ ਦਿਖਾ ਦਈਏ ਇੱਕ ਗੁੜੀਆ ਬੇਟੀ ਹੋ ਗਏ ਹੇਅਰ ਸੌਫਟ ਹਾਂ ਸੌਫਟ ਤੇ ਹਾਰਡ ਦੋਵੇਂ ਨੇ ਦੇਖੋ ਗੁੱਤਾਂ ਕੀਤੀਆਂ ਹੋਈਆਂ ਨੇ ਛੋਟੀ ਛੋਟੀਆਂ ਮੀਡੀਆਂ। ਇਹ ਫਿਰ ਕਿੰਨਾ ਸਮਾਂ ਲੱਗਦਾ ਜੀ ਇਸ ਕਰਨ ਨੂੰ? ਇਹਨੂੰ ਕਰਨੇ ਨੂੰ 1 ਘੰਟਾ ਲੱਗਦਾ ਹੈ ਜੀ ਸਾਰੀਆਂ ਸਲੂਨ ਤੋਂ ਅਸੀਂ ਬੁਲਾਉਂਦੇ ਆ ਕੁੜੀ। ਅੱਛਾ ਸਲੂਨ ਤੇ 1 ਘੰਟਾ ਹਾਂ ਸਲੂਨ ਤੋਂ ਬੁਲਾਉਂਦੇ। ਤੇ ਫਿਰ ਬਾਲ ਮਤਲਬ ਇਦਾਂ ਹੀ ਰਹਿੰਦੇ ਨੇ ਕਿ ਫਿਰ ਖੋਲਦੇ ਕਦੋਂ ਜਾਂ ਕੀ ਸਿਸਟਮ ਹੁੰਦਾ? ਨਹੀਂ ਇਹ 15 ਡੇਜ਼ ਬਾਅਦ ਆਪਾਂ ਇਹਦਾ ਸਟਾਈਲ ਚੇਂਜ ਕਰ ਦਈਦਾ ਆ। ਅੱਛਾ ਜੀ ਹਾਂ ਜੇ ਮਤਲਬ ਇਹ ਨੈਚੁਰਲ ਹੇਅਰ ਇਹਦੇ ਇਦਾਂ ਆ ਸਾਫ ਸੁਥਰੇ ਰਹਿੰਦੇ ਆ ਰੋਜ਼ ਵਾਸ਼ ਕਰੀਦੇ ਆ। ਹਾਂਜੀ ਬਟ ਇਹ ਅਫਰੀਕਨ ਸਟਾਈਲ ਆ ਮੇਨ ਅਫਰੀਕਨ ਕੰਟੀਨੈਂਟਲ ਦੇ ਵਿੱਚ ਆਹੀ ਸਟਾਈਲ ਆ। ਔਰ ਮੇਨ ਗੱਲ ਹੈ ਕਿ ਇਹਨੂੰ ਖੁਦ ਨੂੰ ਖੁੱਲੇ ਵਾਲ ਆਪਣੇ ਪਸੰਦ ਹੀ ਨਹੀਂ ਹੈਗੇ। ਇਹਨੂੰ ਇਹ ਕਿ ਮੇਰੇ ਇੱਦਾਂ ਹੀ ਬਰੀਡਸ ਕਰਕੇ ਰੱਖੋ। ਅੱਛਾ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੋ ਜਿੱਥੇ ਆਪਾਂ ਰਹਿੰਦੇ ਹਾਂ ਲੋਕੈਲਿਟੀ ਹੈਗੀ ਆ ਉੱਥੇ ਵੀ ਲੋਕ ਫਿਰ ਕੋਈ ਕੰਪਲੀਮੈਂਟ ਤੇ ਕਮੈਂਟ ਦੋਵੇਂ ਚੀਜ਼ਾਂ ਹੁੰਦੀਆਂ ਨੇ ਹੈ ਨਾ। ਤੇ ਉੱਥੇ ਵੀ ਹੁੰਦਾ ਜੀ ਕਈ ਵਾਰੀ ਕੁਛ ਇੱਦਾਂ ਡਿਸਕ੍ਰਿਮੀਨੇਸ਼ਨ? ਹਾਲ ਦੀ ਘੜੀ ਤਾਂ ਜੀ ਜਿੰਨਾ ਕੁ ਸਾਡਾ ਸਰਕਲ ਇੱਥੇ ਹੈਗਾ ਆ ਕਿਉਂਕਿ ਕਾਫੀ ਸਾਲ ਹੋ ਗਏ ਸਾਨੂੰ ਆਫਟਰ ਮੈਰਿਜ ਅਸੀਂ ਕਿੰਨੀ ਵਾਰੀ ਆਉਂਦੇ ਜਾਂਦੇ ਹਾਂ ਪਰ ਜਿੰਨਾ ਕੁ ਸਾਡਾ ਸਰਕਲ ਬਣ ਗਿਆ ਆ
ਉਹਦੇ ਵਿੱਚ ਅਸੀਂ ਕਦੀ ਫੇਸ ਨਹੀਂ ਕੀਤਾ। ਜਿਹੜੇ ਲੋਕ ਸਾਨੂੰ ਨਹੀਂ ਜਾਣਦੇ ਹਾਂਜੀ ਉਹਨਾਂ ਨੂੰ ਉਹ ਦੇਖ ਕੇ ਆਪਣਾ ਇਮੈਜੀਨੇਸ਼ਨ ਕਰਦੇ ਆ, ਅਦਰਵਾਈਜ਼ ਜਿਹੜੇ ਸਾਨੂੰ ਜਾਣਦੇ ਆ ਕਦੀ ਵੀ ਨਹੀਂ। ਸਰਕਲ ਸਾਡਾ ਬਹੁਤ ਵਧੀਆ ਆ। ਕੀ ਕਹਿ ਰਹੀ ਹੈ ਕੁੜੀ? ਕਹਿੰਦੀ ਉਧਰ ਦੇਖੋ, ਇੱਧਰ ਨਾ ਦੇਖੋ। ਸੋ ਵੈਂਬਸੀ ਦੇ ਨਾਲ ਸਾਡੀ ਗੱਲਬਾਤ ਵੀ ਜਾਰੀ ਆ। ਸੋ ਹਾਊ ਡੂ ਯੂ ਲਾਈਕ ਇਟਸ ਪੰਜਾਬੀ ਕਲਚਰ ਐਂਡ ਪੰਜਾਬੀ ਗਰਲ ਵੈਨ ਯੂ ਮੈਟ ਫਸਟ ਟਾਈਮ ਐਂਡ it is a quite different in the food in the South Africa continent and Indian. So how you manage it? It was not difficult, it's just the way of preparation that is different. Okay. Like here, mostly you have roti. Yes. And over there, it is the equivalent of paronta. So instead of people having roti regularly, they have paronta and rice. And then, of course, like most of my family members are vegetarian. Yes. And most of the people in Africa, they eat a lot of non-veg. Yeah. So the differences in food is not very much. It's just the way it is prepared that is different. Yes. So I didn't face much of a problem. Would you like to say some message to the people? Those are they are doing it's a discrimination. I think if you want to know the really purpose of life, take my blood and I take your blood. Is it different? No. It is the same. I don't think then there should be discrimination. I don't believe in it, and then I have not faced it. I mean, if it has been there, then I have not noticed it. But you see, it is your state of mind. If you decide to look at me from a different perspective, it is absolutely up to you. But like I have said, if I have donated blood to somebody who needs it, I did not see whether that blood was different from his or whoever received the blood. So discrimination does not really exist in my language. That's good. Thank you. Yeah, well. Thank you. So ਇਹਨਾਂ ਦੇ ਨਾਲ ਗੱਲ ਕੀਤੀ, ਤੁਸੀਂ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ ਸਾਡੀ ਸੁਸਾਇਟੀ ਨੂੰ ਕਿ ਤੁਸੀਂ ਬਿਲਕੁਲ ਦੁਨੀਆ ਤੋਂ ਹਟ ਕੇ ਫੈਸਲਾ ਲਿਆ? ਇਸ ਦੇ ਵਿੱਚ ਔਕੜਾਂ ਵੀ ਜ਼ਰੂਰ ਆਈਆਂ ਹੋਣਗੀਆਂ ਤੇ ਇਸ ਦੇ ਨਾਲ ਲੋਕ ਪ੍ਰੇਜ਼ ਵੀ ਜ਼ਰੂਰ ਕਰਦੇ ਨੇ। ਕੁਝ ਲੋਕ ਜਿਨ੍ਹਾਂ ਨੇ ਟਰੋਲ ਕਰਨਾ ਉਹ ਕਰਦੇ ਨੇ, ਲੇਕਿਨ ਕੁਝ ਲੋਕ ਇੱਦਾਂ ਦੇ ਜਿਹੜੇ ਪ੍ਰੇਜ਼ ਕਰਦੇ ਨੇ। ਤੁਸੀਂ ਕੁਝ ਸਾਡੀ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੱਬ ਦਾ ਬੰਦਾ, ਬਹੁਤ ਵਧੀਆ ਗੱਲ ਲੱਗੀ ਆ ਕਿ ਇਨਸਾਨ ਹਰ ਸਭ ਦੇ ਅੰਦਰ ਰੱਬ ਵਸਦਾ, ਤੇ ਜਿੱਦਾਂ ਇਹਨਾਂ ਨੇ ਖੂਨ ਦੀ ਗੱਲ ਕੀਤੀ ਹੈ, ਮੇਰਾ ਤੇ ਤੁਹਾਡਾ ਖੂਨ ਬਿਲਕੁਲ ਸੇਮ ਹੈਗਾ ਤੇ ਇਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਸੋ ਤੁਸੀਂ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ? ਕੀ ਕਹੋਗੇ ਲੋਕਾਂ ਨੂੰ ਕਿ ਜਦੋਂ ਬਾਹਰੋਂ ਕੁੜੀਆਂ ਵਿਆਹ ਕੇ ਆਉਂਦੀਆਂ ਨੇ ਤਾਂ ਤੁਸੀਂ ਵਾਹਵਾ ਹੀ ਕਰਦੇ ਹੋ ਤੇ ਇੱਦਾਂ ਤੇ ਹੁਣ ਵੀ ਕਰਨਾ? ਹਾਂਜੀ, ਨਹੀਂ ਮੈਸੇਜ ਮੈਂ ਆਪਣੇ ਇਹਨਾਂ ਬਾਰੇ ਤਾਂ ਨਹੀਂ ਕੁਛ ਵੀ ਦੇਣਾ ਚਾਹੁੰਦੀ, ਬਟ ਮੈਂ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਧੀਆਂ ਔਰ ਪੁੱਤਾਂ ਦੇ ਵਿੱਚ ਕੋਈ ਫਰਕ ਨਾ ਕਰੋ। ਹਾਂ, ਤੁਸੀਂ ਅਗਰ ਧੀਆਂ ਨੂੰ ਜੋ ਤੁਸੀਂ ਸਿਖਾਓਗੇ, ਤੁਸੀਂ ਧੀਆਂ ਕੁਛ ਵੀ ਕਰ ਸਕਦੀਆਂ ਆ। ਹੁਣ ਜੇ ਤੁਸੀਂ ਮੇਰੀ ਬੇਟੀ ਦੀ ਗੱਲ ਕਰੋ, ਸ਼ੀ ਇਜ਼ ਓਨਲੀ 7। ਪੰਜਾਬ ਦੇ ਵਿੱਚ ਆਪਣੇ ਘਰਾਂ 'ਚ ਕਿੰਨੇ ਕੁ ਬੱਚੇ ਜਿਹੜੇ 7 ਸਾਲ ਦੀ ਰੋਟੀ ਪਕਾ ਲੈਂਦੇ ਆ? ਕਿੰਨੇ ਕੁ ਬੱਚੇ ਆ ਜਿਹੜੇ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਆ, ਜਾਂ ਜਿਨ੍ਹਾਂ ਨੂੰ ਗੁਰੂਆਂ ਦੀ ਨੌਲੇਜ ਆ ਜਾਂ ਸਾਹਿਬਜ਼ਾਦਿਆਂ ਦਾ ਪਤਾ ਆ? ਔਰ ਜਦ ਕਿ ਹਾਫ ਇੰਡੀਅਨ ਆ, ਹਿੰਦੀ ਪ੍ਰੋਪਰ ਹੁਣ ਇਹਨੂੰ ਆ ਗਈ ਆ, ਪੰਜਾਬੀ 'ਚ ਪੂਰੀ ਨਹੀਂ ਆਉਂਦੀ ਚਲੋ, ਬਟ ਇਹਨੂੰ ਸਮਝ ਪੂਰੀ ਲੱਗਦੀ ਆ, ਇੰਨਾ ਬੋਲ ਨਹੀਂ ਸਕਦੀ। ਬਟ ਮੈਂ ਇਹ ਕਹਿੰਦੀ ਹਾਂ ਵੀ ਐਜੂਕੇਸ਼ਨ ਇੱਕ ਇੱਦਾਂ ਦਾ ਵੈਪਨ ਆ, ਅਗਰ ਤੁਸੀਂ ਆਪਣੀ ਡਾਟਰਸ ਨੂੰ ਦਿਓਗੇ ਤਾਂ ਦੇ ਕੈਨ ਡੂ ਐਨੀਥਿੰਗ। ਅਤੇ ਤੁਸੀਂ ਆਪਣੀ ਡਾਟਰਸ ਨੂੰ ਇੱਦਾਂ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਹਾਂ, ਡੋਂਟ ਕੀਪ ਦੈਮ ਇਨ ਦਾ ਕੇਜ, ਯੂ ਨੋ। ਆਪਾਂ ਕਹਿ ਦਿੰਦੇ ਹਾਂ ਕੇਜ ਨੂੰ ਕਹਿੰਦੇ ਆਪਾਂ ਵਰਡ ਪਿੰਜਰੇ 'ਚ ਨਾ ਰੱਖੋ, ਲੈਟ ਦੈਮ ਫਲਾਈ। ਵੈਰੀ ਗੁੱਡ। ਤੇ ਤੁਸੀਂ ਸੁਣਿਆ ਸੁਖਵਿੰਦਰ ਕੌਰ ਦਾ ਮੈਸੇਜ ਕਿ ਕੁੜੀਆਂ ਨੂੰ ਇੰਨੀ ਆਜ਼ਾਦੀ ਦਿਓ, ਲੇਕਿਨ ਜਿਹੜੀ ਤੁਹਾਡੀ ਡਿਊ ਟੂ ਰਿਸਪੈਕਟ ਦੀ ਗੱਲ ਕਰਤੇ, ਇੰਨੀ ਆਜ਼ਾਦੀ ਦਿਓ ਕਿ ਉਹ ਆਪਣੀ ਮਰਜ਼ੀ ਦੇ ਅਨੁਸਾਰ, ਆਪਣੀ ਇੱਛਾ ਦੇ ਅਨੁਸਾਰ ਕੁਝ ਬਣ ਸਕਣ, ਪੜ੍ਹ ਸਕਣ, आसमान ਦੇ ਵਿੱਚ ਫਲਾਈ उड़ सकन। बेटा आप कुछ कहना चाहोगे कि कैसा? हाँ बोलिए बोलिए बोलिए। मैंने कुछ कहना चाहनी है क्यों मेरे मम्मी पापा बहुत अच्छे हैं, वो मुझे लव करते हैं और मैं उनको प्यार करती हूँ, वो मुझे अच्छे खाने देते हैं, जब वो मुझे कुछ बोलते मैं बात सुनती हूँ। वेरी गुड, गॉड ब्लेस यू। सो सुनिया तुसी कैथलीन कौर दी गल सुनी है ते ਤੁਸੀਂ ਕੈਥਲੀਨ ਕੌਰ ਦੀ ਗੱਲ ਸੁਣੀ ਆ ਤੇ ਉਸਦੀ ਮੰਮਾ ਦੀ ਗੱਲ ਸੁਣੀ ਆ ਤੇ ਨਾਲ ਉਸਦੇ ਪਾਪਾ ਦੀ ਗੱਲ ਸੁਣੀ ਆ। ਸੋ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਫੈਮਿਲੀ ਆ ਜਿਹੜੀ ਬਣਦੀ ਆ ਜਿਸ ਦੇ ਵਿੱਚ
ਕਲਰ ਕੰਪਲੈਕਸ਼ਨ ਦੀ ਕੋਈ ਬੰਦਿਸ਼ ਨਹੀਂ ਹੁੰਦੀ, ਭਾਵੇਂ ਕਾਲਾ ਭਾਵੇਂ ਚਿੱਟਾ ਤੇ ਭਾਵੇਂ ਬਰਾਊਨ, ਸਾਰੇ ਰਲ ਮਿਲ ਕੇ ਰਹਿੰਦੇ ਨੇ, ਇੱਕੋ ਜਿਹਾ ਖਾਣਾ ਖਾਂਦੇ ਨੇ। ਇਹਨਾਂ ਬਾਰੇ ਦੱਸਿਆ ਕਿ ਸ਼ਰਾਬ ਜਾਂ ਨਸ਼ੇ ਦੀ ਤਾਂ ਗੱਲ ਬਹੁਤ ਦੂਰ ਦੀ ਹੋ ਗਈ ਕਿ ਇਹ ਈਵਨ ਕਿ ਕੋਕ ਵੀ ਨਹੀਂ ਪੀਂਦੇ ਹੈਗੇ। ਲੋਕਾਂ ਨੇ ਟਰੋਲ ਵੀ ਬਹੁਤ ਕੀਤਾ, ਬਹੁਤ ਸਾਰੇ ਰਿਸ਼ਤੇਦਾਰਾਂ ਨੇ ਜਾਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਕੀਤੇ ਨੇ ਕਿ ਪੰਜਾਬੀ ਮੁੰਡੇ ਮਰ ਗਏ ਸੀ, ਤੁਸੀਂ ਇਹਨਾਂ ਦੇ ਨਾਲ ਵਿਆਹ ਕਰਾਇਆ। ਲੇਕਿਨ ਕਹਿੰਦੇ ਇਹ ਰੱਬ ਦਾ ਬੰਦਾ ਐਡਾ ਕੁ ਵਧੀਆ ਵਾ ਔਰ ਇੰਨਾ ਕੁ ਨਰਮ ਦਿਲ ਆ, ਜਿਵੇਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਕਿ ਲੋਕ ਇਹਨਾਂ ਨੂੰ ਪਾਗਲ ਕਹਿੰਦੇ ਨੇ। ਜਿਹੜਾ ਬੰਦਾ ਪ੍ਰਿੰਸੀਪਲ ਆ ਉਹ ਚੁੱਪ ਕਰਕੇ ਬੈਠਾ ਕਿ ਕੋਈ ਗੱਲ ਨਹੀਂ ਭਾਈ, ਤੇ ਮੈਨੂੰ ਸਾਰੀ ਸਮਝ ਆਉਂਦੀ ਹੈ, ਤੁਸੀਂ ਬੋਲਣਾ ਬੋਲੀ ਚਲੋ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਗਬਾਣੀ ਦੇ ਦਰਸ਼ਕਾਂ ਦੇ ਨਾਲ ਕੀਤੀਆਂ ਨੇ। ਇਹ ਖਬਰ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਸਟੋਰੀ ਦੇ ਬਾਰੇ ਜਾਂ ਇਸ ਫੈਮਿਲੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹਰਪ੍ਰੀਤ ਸਿੰਘ ਜੱਸੋਵਾਲ, ਪੰਜਾਬ ਕੇਸਰੀ, ਜਗਬਾਣੀ TV, ਮੋਹਾਲੀ।